ਮਨੁੱਖਤਾ ਦੇ ਗਿਆਨਦਾਤਾ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਦੇ ਪਿਆਰ ਵਿੱਚ ਜੁੜ ਬੈਠੇ ਗੁਰੂ ਦੇ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਵਾਹਿਗੁਰੂ ਦੀ ਨਿਰੰਕਾਰ ਦੀ ਰਚਨਾ ਹੈ। ਪਰਮਾਤਮਾ ਦੇ ਦੁਆਰਾ ਰਚੀ ਗਈ ਰਚਨਾ ਦੇ ਵਿੱਚ ਮਾਇਆ, ਬਹੁ ਪ੍ਰਕਾਰੀ ਪਦਾਰਥੀ ਪ੍ਰਭਾਵ, ਇਹ ਵੀ ਵਾਹਿਗੁਰੂ ਜੀ ਦੇ ਹੁਕਮ ਦੀ ਉਪਜ ਹੈ। ਸਦੀਆਂ ਦਾ ਇਤਿਹਾਸ ਆਪਾਂ ਜਦੋਂ ਪੜ੍ਹਦੇ ਜਾਂ ਸੁਣਦੇ ਹਾਂ ਤੇ ਸੰਸਾਰ ਦੇ ਅੰਦਰ ਹਮੇਸ਼ਾ ਅਗਿਆਨਤਾ ਦਾ, ਬੇਸਮਝੀ ਦਾ ਬੋਲਬਾਲਾ ਜਿਹੜਾ ਹੈ, ਮਨੁੱਖੀ ਸੁਰਤੀਆਂ ਵਿੱਚ, ਬਿਰਤੀਆਂ ਵਿੱਚ, ਕਰਮਾਂ ਵਿੱਚ, ਸੁਭਾਵਾਂ ਵਿੱਚ ਆਪਾਂ ਨੂੰ ਮਿਲਦਾ ਹੈ। ਗੁਰਮਤਿ ਦੇ ਗਿਆਨ ਜਾਂ ਰੱਬੀ ਗਿਆਨ ਦੇ ਜਦੋਂ ਵਿਚਾਰਧਾਰਾ ਦੀ ਗੱਲ ਆਪਾਂ ਕਰ ਰਹੇ ਹੁੰਦੇ ਹਾਂ ਤੇ ਉੱਥੇ ਇੱਕ ਵਚਨ ਗੁਰਬਾਣੀ ਚੋਂ ਆਪਾਂ ਨੂੰ ਮਿਲਦਾ ਹੈ ਕਿ ਸੰਸਾਰ ਦੇ ਵਿੱਚ ਫਸ ਜਾਣ ਦੀ ਜਿਹੜੀ ਵਿਧ ਹੈ, ਢੰਗ ਹੈ, ਤਰੀਕਾ ਹੈ, ਜੁਗਤੀ ਹੈ, ਇਹ ਤੇ ਸਾਰਿਆਂ ਨੂੰ ਆਉਂਦੀ ਹੈ। ਸੰਸਾਰ ਵਿੱਚ ਜਿਹੜਾ ਲਗਾਓ ਜਾਂ ਇਹਦੇ ਵਿੱਚ ਫਸਣ ਤੋਂ ਬਚਣ ਦੀ ਜਿਹੜੀ ਖੇਡ ਹੈ, ਇਹ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦੀ ਹੈ। ਆਪਾਂ ਇਹ ਵੀ ਚੀਜ਼ ਦੇਖਦੇ ਹਾਂ ਕਿ ਧਰਮ ਖੇਤਰ, ਧਰਮ ਗਿਆਨ, ਧਰਮ ਗ੍ਰੰਥ, ਧਾਰਮਿਕ ਸ਼ਖਸੀਅਤਾਂ, ਪੈਗੰਬਰੀ ਜਾਂ ਅਵਤਾਰੀ ਜਿਹੜੀਆਂ ਲੰਬੇਰੇ ਸਮੇਂ ਦੀਆਂ ਵਿਧਾਂ ਹਨ, ਇਹ ਵੀ ਸੰਸਾਰ ਦੇ ਅੰਦਰ ਯੁਗਾਂਤਰਾਂ ਤੋਂ ਤੁਰੀਆਂ ਆ ਰਹੀਆਂ ਹਨ। ਸੰਸਾਰ ਅਗਿਆਨਤਾ 'ਚੋਂ ਨਿਕਲ ਸਕੇ, ਗਿਆਨ ਦੇ ਘਰ ਵਿੱਚ ਜਾਵੇ, ਇਹਦੇ ਵਾਸਤੇ ਸਾਨੂੰ ਬਹੁਤ ਕੁਝ ਅਧਿਆਤਮਿਕ ਪੱਖ ਤੋਂ ਪੜ੍ਹਨ ਲਈ, ਸੁਣਨ ਲਈ ਮਿਲਦਾ ਹੈ। ਇਸੇ ਸਿਲਸਿਲੇ ਦੇ ਵਿੱਚ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਨੂੰ ਵੱਡੇ ਨਜ਼ਰੀਏ ਤੋਂ, ਵੱਡੇ ਸੰਦਰਭ ਦੇ ਵਿੱਚ ਦੇਖਦੇ ਹਾਂ ਜਾਂ ਸਮਝਣ ਦਾ ਯਤਨ ਕਰਦੇ ਹਾਂ, ਕਿਉਂਕਿ ਸਾਡੇ ਅੰਦਰ ਜਾਤ ਦਾ ਜਾਂ ਨਿੱਜ ਦਾ ਪ੍ਰਭਾਵ ਵਧੇਰੇ ਹੁੰਦਾ ਹੈ ਤੇ ਅਸੀਂ ਆਪਣੀ ਅਕਲ ਦੇ ਘੇਰੇ ਵਿੱਚ ਬੱਝੇ ਹੋਏ, ਉਹਦੇ ਥੱਲੇ ਲੱਗ ਕੇ ਜਾਂ ਉਹਦੇ ਅਧੀਨ ਹੋ ਕੇ ਜੀਵਨ ਨੂੰ ਗੁਜ਼ਾਰਨ ਦੇ ਲਈ, ਜੀਵਨ ਨੂੰ ਜਿਉਣ ਦੇ ਲਈ ਲਗਭਗ ਸਾਰੇ ਵਿਚਰ ਰਹੇ ਹੁੰਦੇ ਹਾਂ। ਇਸ ਲਈ ਗੁਰੂ ਸ਼ਖਸੀਅਤ ਦੀ ਸਮਝ ਦਾ ਸਾਡਾ ਨਜ਼ਰੀਆ ਲਗਭਗ ਅੱਡ-ਅੱਡ ਸਾਨੂੰ ਨਸੀਬ ਹੁੰਦਾ ਹੈ। ਹਾਂ, ਕੌਮਾਂ ਦੇ ਪ੍ਰਬੰਧ ਵਿੱਚ ਪ੍ਰਚਾਰਨ ਦੀ ਜਿਹੜੀ ਜੁਗਤ ਹੈ, ਉਹ ਹਮੇਸ਼ਾ ਸਤਿਕਾਰ ਭਰੀ, ਮਹੱਤਵ ਭਰੀ ਤੇ ਦੁਨੀਆ ਦੇ ਮਨੁੱਖ ਨੂੰ ਨਿੱਜ ਤੋਂ ਉੱਪਰ ਉੱਠ ਕੇ ਸਮਝਣ ਵਾਲੇ ਪਾਸੇ ਨੂੰ ਲੈ ਕੇ ਜਾਣ ਵਾਲੀ ਹੁੰਦੀ ਹੈ। ਆਪਾਂ ਪਿਛਲੇ ਕਿੰਨੇ ਅਰਸੇ ਤੋਂ
ਸੰਗਲਾਦੀਪ ਦੀ ਧਰਤੀ ਦੀ ਸਾਖੀ ਦੇ ਨਾਲ ਆਪਾਂ ਨੂੰ ਜੁੜਨ ਦਾ ਸੁਭਾਗ ਪ੍ਰਾਪਤ ਹੈ। ਜਦੋਂ ਆਪਾਂ ਸਾਖੀ ਕਰ ਰਹੇ ਹਾਂ, ਸਾਖੀ ਦੇ ਨਾਲ ਨਾਲ ਸਾਡੇ ਸਾਹਮਣੇ ਗੁਰੂ ਦੀ ਸ਼ਖਸੀਅਤ ਦੇ ਅਨੰਤ ਪੱਖ ਜਿਹੜੇ ਨੇ ਉਹ ਸਾਡੇ ਧਿਆਨ ਵਿੱਚ ਆ ਰਹੇ ਨੇ। ਸਾਹਮਣੇ ਸਮਾਜ ਵਿੱਚ ਜਿਹੜੇ ਪਾਤਰ ਬੈਠੇ ਨੇ ਉਹਨਾਂ ਦੇ ਸਮਝ ਦਾ ਪੱਧਰ ਵੀ ਜਾਂ ਉਹਨਾਂ ਅੰਦਰ ਜਾਣਨ ਦੀ ਇੱਛਾ ਸ਼ਕਤੀ ਦਾ ਪੱਧਰ ਵੀ ਆਪਾਂ ਨੂੰ ਵੱਖ-ਵੱਖ ਥਾਵਾਂ ਤੇ ਖਲੋਤਾ ਪੱਧਰ ਤੇ ਅਟਕਿਆ ਹੋਇਆ ਸਾਨੂੰ ਮਿਲਦਾ ਹੈ। ਹਾਂ, ਜਿਹੜੀ ਗੁਰੂ ਪਰਉਪਕਾਰ ਦੀ ਉਹ ਬਖਸ਼ਿਸ਼ ਦੀ ਉਪਕਾਰੀ ਕਿਰਿਆ ਹੈ, ਉਹਦੇ ਵਿੱਚ ਸਾਨੂੰ ਇੱਕ ਵਿਸ਼ਾਲਤਾ ਮਿਲਦੀ ਹੈ ਤੇ ਗੁਰੂ ਸਾਰਿਆਂ ਨਾਲ ਬਰਾਬਰ ਦਾ ਵਰਤਾਰਾ ਵਰਤਾ ਕੇ ਰੱਬ ਜੀ ਦੀ ਖੁਸ਼ੀ, ਵਾਹਿਗੁਰੂ ਜੀ ਦੀ ਜਿਹੜੀ ਪ੍ਰਸੰਨਤਾ ਹੈ ਉਹਦੇ ਸਦਾ ਹੀ ਪਾਤਰ ਨੇ। ਕਿਉਂਕਿ ਉੱਥੇ ਰੱਬ ਜੀ ਦੀ ਨਜ਼ਰ ਦੀ ਜਿਹੜੀ ਖੇਡ ਹੈ ਉਹ ਬੜੀ ਅਨੰਤ ਹੈ, ਬੜੀ ਬੇਅੰਤ ਹੈ। ਆਪਾਂ ਜਦੋਂ ਸਾਖੀ ਕਰ ਰਹੇ ਹਾਂ ਸੰਗਲਾਦੀਪ ਦੀ, ਆਪਾਂ ਉੱਥੇ ਕਿੰਨੇ ਪਾਤਰ ਦੇਖੇ ਨੇ ਤੇ ਜਿੱਥੇ ਆਪਾਂ ਅੱਜ ਜਦੋਂ ਸੁਣ ਰਹੇ ਹਾਂ, ਅੱਗੇ ਆਪਾਂ ਤੁਰਨ ਦੇ ਲਈ ਥੋੜ੍ਹਾ ਜਿਹਾ ਵਧਣ ਦਾ ਯਤਨ ਕਰ ਰਹੇ ਹਾਂ ਤੇ ਆਪਾਂ ਦੇਖਿਆ ਕਿ ਉਸ ਨਗਰੀ ਦਾ ਜਿਹਨੂੰ ਕੁੱਲ ਪ੍ਰੋਤ ਕਿਹਾ ਜਾਂਦਾ ਹੈ ਜਾਂ ਕੁੱਲ ਗੁਰੂ ਆਖਿਆ ਜਾਂਦਾ ਹੈ, ਜਿਹਨੂੰ ਖਾਸ ਤੌਰ 'ਤੇ ਪੰਡਿਤ ਕਹਿ ਕੇ ਉਸ ਸਮੇਂ ਸਤਿਕਾਰ ਦਿੱਤਾ ਜਾਂਦਾ ਹੈ, ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਆਪਣੀ ਬਣੀ ਹੋਈ ਧਾਰਨਾ ਤੋਂ ਉੱਪਰ ਉੱਠ ਕੇ ਦੇਖਦਾ ਹੈ ਤਾਂ ਉਹਦੇ ਉੱਤੇ ਜਿੱਡਾ ਵੱਡਾ ਪ੍ਰਭਾਵ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਦਾ ਪੈਂਦਾ ਹੈ। ਉਹ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਗਿਆਨ ਦੀ ਤਾਬਿਆ ਰਹਿ ਕੇ ਜੋ ਧਰਮ ਵਿੱਚੋਂ ਪੜ੍ਹਿਆ, ਸਿੱਖਿਆ, ਕਮਾਇਆ, ਯਾਦ ਕੀਤਾ, ਵਿਹਾਰ ਦਾ ਹਿੱਸਾ ਬਣਾਇਆ, ਉਹਦੇ ਤੁਲ ਕਿਸੇ ਹੋਰ ਨੂੰ ਬਰਾਬਰਤਾ ਦੇਣੀ ਜਾਂ ਬਰਾਬਰ ਤੇ ਵੇਖਣਾ ਜਾਂ ਉੱਚਾ ਜਾ ਕੇ ਵੇਖਣਾ, ਉਸ ਬਿਰਤੀ ਤੋਂ ਆਪਣੇ ਆਪੇ ਨੂੰ ਹਮੇਸ਼ਾ ਪਾਸੇ ਕਰਕੇ ਰੱਖਣ ਵਾਲੀ ਸ਼ਖਸੀਅਤ ਹੈ। ਪਰ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਹੈ ਜਦੋਂ ਉਹਦੇ ਅੰਦਰ ਦੀ ਬਣੀ ਹੋਈ ਧਾਰਨਾ ਪਿੱਛੇ ਰਹਿ ਜਾਂਦੀ ਹੈ। ਉਹ ਗੁਰਦੇਵ ਜੀ ਦੀ ਪਾਕ ਪਵਿੱਤਰ ਗਿਆਨ ਸਰੂਪ ਸ਼ਖਸੀਅਤ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ, ਇੰਨਾ ਪ੍ਰਭਾਵਿਤ ਹੁੰਦਾ ਹੈ, ਇੰਨਾ ਪ੍ਰਭਾਵਿਤ ਹੁੰਦਾ ਹੈ ਕਿ ਸਾਰਾ ਕੁਝ ਪਾਸੇ ਰੱਖ ਕੇ ਉਹ ਗੁਰੂ ਜੀ ਦੇ ਅੱਗੇ ਆਪਣੇ ਆਪੇ ਨੂੰ ਸਮਰਪਣ ਕਰ ਦਿੰਦਾ ਹੈ। ਇਹ ਘਟਨਾ ਆਪਣੇ ਆਪੇ ਦੇ ਵਿੱਚ ਸਾਡੇ ਲਈ ਜਦੋਂ ਆਪਾਂ ਸਾਖੀ ਕਰਨ ਦਾ ਯਤਨ ਕਰ ਰਹੇ ਹਾਂ, ਇੱਕ ਬਹੁਤ ਵੱਡੀ ਸਮਝ ਦੇਣ ਵਾਲੀ ਹੈ ਕਿ ਅਸੀਂ ਆਪਣਾ ਨਜ਼ਰੀਆ ਗੁਰੂ ਜੀ ਪ੍ਰਤੀ ਆਪਣੀ ਬੁੱਧੀ ਦੀ ਤਾਬਿਆ ਵਾਲਾ ਨਾ ਰੱਖੀਏ। ਅਸੀਂ ਗੁਰੂ ਨੂੰ ਗਿਆਨ ਦੇ ਦਾਤੇ ਦੇ ਤੌਰ ਤੇ ਦੇਖੀਏ। ਅਸੀਂ ਗੁਰੂ ਜੀ ਨੂੰ ਰੱਬ ਦੀ ਖਾਸ ਬਖਸ਼ਿਸ਼ ਦੇ ਉਸ ਕੇਂਦਰ ਦੇ ਵਜੋਂ ਦੇਖੀਏ ਜਿੱਥੋਂ ਸਭ ਨੂੰ ਵਰਸਾਏ ਜਾਣ ਦੀ ਜਿਹੜੀ ਬਖਸ਼ਿਸ਼ ਹੈ ਉਹਦਾ ਮੀਂਹ ਪੈਂਦਾ ਹੈ, ਉਹਦੀ ਬਰਸਾਤ ਹੁੰਦੀ ਹੈ। ਉੱਥੇ ਸਭ ਨੂੰ ਵਰਸਾਉਣ ਵਾਲੀ ਜਿਹੜੀ ਗੱਲ ਹੈ ਉੱਥੇ ਹੈ, ਕਿਉਂਕਿ ਜਿਹੜੀ ਬਖਸ਼ਿਸ਼ ਉਸ ਸਮੇਂ ਉੱਥੇ ਉਹਨਾਂ ਲਈ ਲੋੜੀਂਦੀ ਸੀ
वो बख्शिश अज की तरीक अंदर सारे संसार नूं भी लोड़ींदी है। आपां जिहड़े गुरुदेव दे अनुयायी जां दास सेवक हाँ, भागां वाले सानूं भी लोड़ींदी है। तो आपां देखिए उस बख्शिश दे नेड़े गए हाँ कि नहीं गए हाँ, मिली है जां नहीं मिली है। ये पक्ष जिहड़ा है ये अपने निज नूं सवारना, क्योंकि सानूं भी जिंदगी का अवसर इक्को वारी मिलना है, मिलिया है, बार नहीं। इस करके अज की संभाल जिहड़ी है साडे लई अत्यंत जरूरी है। आपां भी गुरुदेव की किरपा नाल बख्शिश नाल अपने अपने ध्यान नूं इत्थे केंद्रित करिए ते गुरु नज़र दे पात्र बणीए। सो इन्नी सेवा आप सारे ने प्रवान कर लैनी। इस बेसमझ दियां भुल्लां मुआफ़ कर देनियां ते सारे अदब नाल आपां गुरु फतेह दी सांझ पाईए। वाहिगुरु जी का खालसा, वाहिगुरु जी की फतेह।